हाँ जी, शुरू करते ही ਆਪਾਂ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਤੇ ਕੱਲ ਆਪਾਂ ਬਹੁਤ ਹੀ ਇੰਪੋਰਟੈਂਟ ਟੌਪਿਕ ਸਟਾਰਟ ਕੀਤਾ ਹੋਇਆ ਹੈ। ਬਹੁਤ ਸਕੋਰਿੰਗ ਟੌਪਿਕ ਹੈ, ਬੈਸਟ ਟੌਪਿਕ ਹੈ, ਸਮਝ ਵਾਸਤੇ ਵਧੀਆ ਟੌਪਿਕ ਹੈ। ਤੋਂ ਆਪਾਂ ਸਟਾਰਟ ਕੱਲ ਕੀਤਾ ਹੋਇਆ ਹੈ ਪੋਲਿਟੀ, ਠੀਕ ਹੈ। ਪੋਲਿਟੀ ਦੇ ਵਿੱਚ ਕੱਲ ਆਪਾਂ ਸਿੰਪਲ ਬੇਸਿਕ ਰੀਸੀ ਇੰਟਰੋਡਕਸ਼ਨ ਬੜਾ ਹੀ ਮੈਂ ਕੋਈ ਇੱਕ ਰਿਵੀਜ਼ਨ ਕਰਨ ਜਾ ਰਹੇ ਹਾਂ। ਕੱਲ ਆਪਾਂ ਸਿੰਪਲ ਦੇਖਿਆ ਸੀਗਾ ਕਿ ਆਪਣਾ ਸੰਵਿਧਾਨ ਲਿਖਣ ਵਾਸਤੇ ਇੱਕ ਸਪੈਸ਼ਲ ਅਸੈਂਬਲੀ ਤਿਆਰ ਹੋਣ ਜਾ ਰਹੀ ਹੈ। ਉਹਦੇ ਮੈਂਬਰ ਆਪਾਂ ਦੇਖਿਆ 399 ਸੀ। ਫਿਰ ਆਪਾਂ ਦੇਖਿਆ ਕੈਬਨਿਟ ਮਿਸ਼ਨ ਪਲਾਨ, ਇਹਦੇ ਮੈਂਬਰ ਆਪਾਂ ਦੇਖਿਆ 3 ਸੀ। ਏਵੀ ਅਲੈਗਜ਼ੈਂਡਰ, ਪੈਥਿਕ ਲਾਰੈਂਸ ਤੇ ਸਟੈਫੋਰਡ ਕ੍ਰਿਪਸ। ਫਿਰ ਆਪਾਂ ਨਾਲ ਹੀ ਗੱਲ ਕਰੀ ਸੀ ਸੀਏ ਦਾ ਪਹਿਲਾ ਸੈਸ਼ਨ ਕਦੋਂ ਹੋਇਆ ਹੈ, 9 ਦਸੰਬਰ 1946। ਤੇ ਨਾਲ ਇਹ ਵੀ ਯਾਦ ਰੱਖਣਾ, ਵੈਸੇ ਆਪਾਂ ਕੱਲ ਜੇ ਮਤਲਬ ਨਹੀਂ ਵੀ ਲਿਖਿਆ ਵੀ ਆਪਣੇ ਟੋਟਲ ਸੀਏ ਦੇ ਕਿੰਨੇ ਸੈਸ਼ਨ ਹੋਏ ਸੀਗੇ, 11। ਆਪਣੇ ਸੀਏ ਦੇ ਟੋਟਲ ਸੈਸ਼ਨ ਹੋਏ ਸੀ 11। ਫਿਰ ਆਪਾਂ ਦੇਖਿਆ ਇੱਥੇ ਕੱਚਾ ਪ੍ਰਧਾਨ ਚੁਣਿਆ ਗਿਆ ਸਚਿਦਾਨੰਦ ਸਿਨਹਾ। ਫਿਰ ਆਪਾਂ ਦੇਖਿਆ 11 ਦਸੰਬਰ ਨੂੰ 1946 ਚੁਣਿਆ ਗਿਆ ਰਜਿੰਦਰ ਪ੍ਰਸਾਦ, HC ਮੁਖਰਜੀ ਤੇ BN ਰਾਓ, ਠੀਕ ਹੈ। ਤੇ ਕੱਲ ਆਪਾਂ ਸਾਰੇ ਪੁਆਇੰਟ ਕਵਰ ਕੀਤੇ ਹੈ। ਤੇ ਫਿਰ ਆਪਾਂ ਕੱਲ ਜਾਣ ਲੱਗਿਆ ਨੇ ਦੇਖਿਆ ਵੀ ਆਪਣਾ ਸੰਵਿਧਾਨ ਲਿਖਣ ਤੇ 2 ਸਾਲ 11 ਮਹੀਨੇ 18 ਦਿਨ ਲੱਗੇ। ਇਹ ਕੱਲ ਆਪਾਂ ਸਾਰਾ ਕੰਪਲੀਟ ਸਟਰਕਚਰ ਪੜਿਆ ਸੀਗਾ। ਅੱਜ ਆਪਾਂ ਉੱਥੇ ਕੰਟੀਨਿਊ ਕਰਨ ਜਾ ਰਹੇ ਹਾਂ ਜਿੱਥੇ ਆਪਣਾ ਕੱਲ ਲਾਸਟ ਹੈਡਿੰਗ ਸੀਗਾ। ਤੇ ਕੱਲ ਆਪਣਾ ਲਾਸਟ ਹੈਡਿੰਗ ਕਿਹੜਾ ਸੀਗਾ, ਇੰਪੋਰਟੈਂਟ ਡੇਟਸ। ਇੰਪੋਰਟੈਂਟ ਡੇਟਸ ਵਿੱਚ ਆਪਾਂ ਕੱਲ ਦੇਖਿਆ ਸੀਗਾ ਵੀ ਸੰਵਿਧਾਨ ਆਪਾਂ ਅਡਾਪਟ ਕੀਤਾ ਹੈ 26 ਨਵੰਬਰ 1953 ਨੂੰ। ਅਡਾਪਟ ਮਤਲਬ ਵੀ ਸੰਵਿਧਾਨ ਆਪਾਂ ਮੰਨ ਲਿਆ ਵੀ ਆਪਣਾ ਸੰਵਿਧਾਨ ਇਹੀ ਹੈ। ਤੇ ਆਪਾਂ ਫਿਰ ਸੰਵਿਧਾਨ ਲਾਗੂ ਕੀਤਾ 26 ਜਨਵਰੀ 1950। 26 ਜਨਵਰੀ 1950 ਨੂੰ ਆਪਾਂ ਆਪਣਾ ਸੰਵਿਧਾਨ ਲਾਗੂ ਕੀਤਾ। ਤੇ ਮੈਂ ਤੁਹਾਨੂੰ ਇਹ ਵੀ ਕਿਹਾ ਸੀਗਾ ਵੀ ਬਾਕੀ ਤਰੀਕਾਂ ਆਪਾਂ ਇਹਦੇ ਆਲੇ ਦੁਆਲੇ ਘੁਮਾ ਦੇਣੀਆਂ। ਜਿਵੇਂ ਕੱਲ ਆਪਾਂ ਕੀ ਦੇਖਣ ਜਾਣ ਲੱਗਿਆ ਨੇ ਵੀ ਇਹ ਉਹ ਦਿਨ ਹੈ ਜੋ ਸਾਰੇ ਹਿੰਦੁਸਤਾਨ 'ਚ ਬਹੁਤ ਜ਼ਿਆਦਾ ਖੁਸ਼ੀ ਹੈ। ਸਾਰੇ ਹਿੰਦੁਸਤਾਨ ਨੇ ਸੁਖਨਾ ਸੈਲੀਬ੍ਰੇਟ ਕਰਨਾ ਹੈ ਵੀ ਹਿੰਦੁਸਤਾਨ ਦਾ ਪਹਿਲਾ ਰਿਪਬਲਿਕ ਡੇ ਹੈ। ਤੇ ਕੱਲ ਆਪਾਂ ਇਸੇ ਪੁਆਇੰਟ ਤੇ ਸੀਗੇ ਵੀ ਸਾਰਾ ਮੁਲਕ ਖੁਸ਼ ਹੈ। ਤੇ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਦਿੱਲੀ ਵਿੱਚ ਲੱਖਾਂ ਲੋਕਾਂ ਦਾ ਇਕੱਠ ਹੋਣ ਜਾ ਰਿਹਾ ਹੈ। ਤੇ ਆਪਾਂ ਇਹ ਵੀ ਕਹਿ ਸੀਏ ਦੇ ਭਾਦੀ ਬਣੀ ਪਈ ਹੈ ਵੀ ਇੰਨਾ ਇਕੱਠ ਇੱਥੇ ਕਰਨ ਕੀ ਆਊਗਾ, ਕਰਨੇ ਤਾਂ ਆਪਾਂ ਸਾਈਨ ਹੈ, ਸੰਵਿਧਾਨ ਆਪਾਂ ਲਾਗੂ ਕਰਨਾ ਹੈ। ਵੀ ਇੱਥੇ ਜਿਹੜਾ ਟੈਂਟ ਕੱਢੀ ਬੈਠੇ ਆ ਵੀ ਨਾ ਇੱਥੇ ਕੋਈ ਪ੍ਰੋਗਰਾਮ ਹੋਣਾ, ਵੀ ਨਾ ਇੱਥੇ ਮਤਲਬ ਐਕਟਰ ਨਹੀਂ ਆਉਣਗੀਆਂ, ਕੈਟਰੀਨਾ ਕੈਫ ਆ, ਸਲਮਾਨ ਖਾਨ ਆ ਜਾਊਗਾ, ਵੀ ਨੱਚਣਗੇ ਟੱਪਣਗੇ, ਵੀ ਇਹਦੇ ਹੈ ਕਿ ਇਹਦੇ ਦੇਖਣ ਕਿਹਨੂੰ ਆਉਣਗੇ, ਵੀ ਕਰਨਾ ਸੰਵਿਧਾਨ ਲਾਗੂ ਹੈ। ਪਰ ਲੋਕ ਤੁਹਾਨੂੰ ਪਤਾ ਹੀ ਹੈ ਜਨਤਾ ਇਕੱਠ ਤੇ ਵਧੀ ਗਿਆ। ਉਹ ਤਾਂ ਕੁਦਰਤੀ ਫਿਰ ਸੀਏ ਨੇ ਸਕੀਮ ਘੜ ਲਈ ਵੀ ਇੰਨਾ ਲੱਖਾਂ ਲੋਕਾਂ ਦਾ ਜੇ ਇਕੱਠ ਹੋਣ ਜਾ ਹੀ ਰਿਹਾ ਕਹਿੰਦੇ ਫਿਰ ਕਿਉਂ ਨਾ ਉੱਦੇ ਆਪਾਂ ਲੱਖਾਂ ਲੋਕਾਂ ਸਾਹਮਣੇ ਆਪਣੇ ਹਿੰਦੁਸਤਾਨ ਦਾ ਨੈਸ਼ਨਲ ਐਂਥਮ, ਆਪਣਾ ਨੈਸ਼ਨਲ ਐਂਥਮ ਤੇ ਨੈਸ਼ਨਲ Song ਗਾਇਆ ਜਾਵੇ ਜਿਹੜਾ ਕਿ ਲੱਖੀ ਲੋਕ ਇਕੱਠਾ ਗਾਊਗਾ। ਤੇ ਜੇ ਫਿਰ ਨਾ ਆਵਾਜ਼ ਆਪਣੀ ਯੂਕੇ ਤੱਕ ਪਹੁੰਚ ਗਈ ਤੇ ਨਾ ਯੂਕੇ ਵਾਲੇ ਰਾਤ ਨੂੰ ਬੈੱਡਾਂ ਤੋਂ ਪਏ ਰੁੜ ਗਏ ਵੀ ਐਡਾ ਵੱਡਾ ਕਾਰਨਾਮਾ ਹੋਣ ਜਾ ਰਿਹਾ ਹੈ। ਯਾਦ ਰੱਖਣਾ ਕੀ, ਯਾਦ ਰੱਖਣਾ ਦਿਮਾਗ 'ਚ ਰੱਖੋ ਆਹ ਤਰੀਕ 26 ਜਨਵਰੀ 1950। ਯਾਦ ਕੇ ਰੱਖੋ ਵੀ ਇਦੋਂ 2 ਦਿਨ ਪਹਿਲਾਂ 24 ਜਨਵਰੀ 1950 ਨੂੰ ਆਪਾਂ ਅਡਾਪਟ ਕੀਤਾ ਨੈਸ਼ਨਲ ਐਂਥਮ ਤੇ ਨੈਸ਼ਨਲ Song, ਠੀਕ ਹੈ। ਚਲੋ ਫਿਰ ਅੱਜ ਦਾ ਪੁਆਇੰਟ ਦੇਖੋ, ਸੀਏ ਅਡਾਪਟਡ। ਸੀਏ ਗੱਲ ਆਪਾਂ ਦੇਖੇ ਸੀ, ਸੀਏ ਮਤਲਬ ਕਨਸਟੀਟਿਊਐਂਟ ਅਸੈਂਬਲੀ। ਸੀਏ ਅਡਾਪਟਡ ਆਵਰ ਨੈਸ਼ਨਲ ਐਂਥਮ। CA adopted our national anthem and national song. CA adopted our national anthem and national song on 24 ਜਨਵਰੀ 1950। 24 ਜਨਵਰੀ 1950 ਨੂੰ ਸੀਏ ਨੇ ਅਡਾਪਟ ਕੀਤਾ ਨੈਸ਼ਨਲ ਐਂਥਮ ਤੇ ਨੈਸ਼ਨਲ Song। ਤੇ ਹੁਣ ਆ ਰਹੀ ਹੈ ਫਿਰ ਸਭ ਤੋਂ ਵੱਡੀ ਗੱਲ, ਸਾਰੇ ਮੁਲਕ ਨੇ ਫਿਰ ਕਹਿੰਦੇ ਪੂਰਾ ਧੂੜਾਂ ਪੱਟੀਆਂ, ਸਾਰੇ ਮੁਲਕ ਨੇ ਫਿਰ ਪੂਰਾ ਜਸ਼ਨ ਬਣਾਇਆ। ਕਿੱਦੇ 26 ਜਨਵਰੀ 1950 ਨੂੰ ਸਾਰਾ ਮੁਲਕ ਪੂਰਾ ਖੁਸ਼ ਹੈ। ਪਰ ਖੁਸ਼ੀ ਬਹੁਤ ਪ੍ਰਕਾਰ ਦੀ ਹੁੰਦੀ ਹੈ, ਸੁਖਣਾ ਫਿਰ ਆਪਣੇ ਪੰਜਾਬੀਆਂ ਦੀ ਖੁਸ਼ੀ ਥੋੜੀ ਵੱਖਰੀ ਹੁੰਦੀ ਹੈ। ਉਹ ਫਿਰ ਤੁਹਾਨੂੰ ਪਤਾ ਹੀ ਹੈ ਕਿਉਂਕਿ ਅਗਲੀ ਆਪਾਂ ਡੇਟ ਯਾਦ ਕਰਨ ਦਾ ਤਰੀਕਾ ਦੇਖਦੇ ਹਾਂ ਵੀ ਨੈਕਸਟ ਡੇਟ ਆਪਾਂ ਯਾਦ ਕਿਵੇਂ ਕਰਾਂਗੇ। ਸਾਰਾ ਪੰਜਾਬ ਪੂਰਾ ਖੁਸ਼ ਹੈ ਤੇ ਖੁਸ਼ੀ ਵਿੱਚ ਤੁਹਾਨੂੰ ਪਤਾ ਹੀ ਹੈ ਫਿਰ ਆਉਣ ਲੱਗੇ ਠੇਕੇ ਤੇ ਲੈਣਾ ਲੱਗੀਆਂ ਪਈਆਂ ਵੀ ਅੱਜ ਤਾਂ ਸੁਖਣਾ ਕੁੱਟ ਲਾ ਕੇ ਜਾਵਾਂਗੇ। ਵੀ ਘਰਦਿਆਂ ਨੇ ਵੀ ਕੁਛ ਨਹੀਂ ਕਹਿਣਾ ਵੀ ਚੱਲ ਕੋਈ ਨਹੀਂ ਪੀ ਲੈਣ, ਤੇ ਮੁੰਡਾ ਕੀ ਹੈ ਰਿਪਬਲਿਕ ਡੇ ਬਣਾ ਕੇ ਆ, ਸੁਖਣਾ ਪਹਿਲਾ ਰਿਪਬਲਿਕ ਡੇ ਹੈ। ਤੇ ਬਾਕੀ ਫਿਰ ਆਪਾਂ ਨੂੰ ਇਹ ਵੀ ਪਤਾ ਹੈ ਫਿਰ ਇੱਕ ਦੇ ਘਰੇ ਇੱਕ ਅੱਧੀ ਵੈਰਾਈਟੀ ਤਾਂ ਹੁੰਦੀ ਹੈ ਪੀਣ ਪੂਣ ਵਾਲੀ, ਜੇ ਘਰੇ ਨਹੀਂ ਹੁੰਦੀ ਗਲੀ ਗਵਾਂਢ 'ਚ ਦੇਖਿਆ ਹੋਊਗਾ, ਰਿਸ਼ਤੇਦਾਰੀ 'ਚ ਦੇਖਿਆ ਹੋਊਗਾ, ਨਹੀਂ ਵਿਆਹਾਂ 'ਚ ਤਾਂ ਫਿਰ ਪੱਕਾ ਹੀ ਦੇਖਿਆ ਹੋਊਗਾ ਵੀ ਜਦੋਂ ਫਿਰ ਆਪਣੇ ਵਾਲੇ ਦੇ ਕੀਰਾਂ ਅੰਦਰ ਟੱਪ ਜੇ ਲੋੜ ਨਹੀਂ ਫਿਰ ਆਪਣੇ ਵਾਲੇ ਆਉਂਦੇ। ਕਰਤੱਬ ਬਹੁਤ ਦਿਖਾਉਂਦੇ ਆ ਤੇ ਉਹੀ ਫਿਰ ਕਰਤੱਬ ਇੱਥੇ ਦਿਖਾਉਣਗੇ। ਇੱਥੇ ਤਾਂ 12 ਵਜੇ ਦਿਨੇ 12 ਵਜੇ ਗੱਡੀਆਂ ਲਾਰ ਹੋਈਆਂ ਫਿਰਦੀਆਂ, ਸਾਰਾ ਪੰਜਾਬ ਅੰਗਰੇਜ਼ੀ ਬੋਲ ਰਿਹਾ ਹੈ। ਹੁਣ ਆਥਣ ਨੂੰ ਤਾਂ ਅੱਖਾਂ ਲਾਲ ਬਲੱਡ ਵਧਾਈ ਬੈਠੇ ਹੈ, ਸ਼ਰੀਕੇਬਾਜ਼ੀ ਧੜੇਬਾਜ਼ੀ ਗਰੁੱਪਬਾਜ਼ੀ ਬਹੁਤ ਜ਼ਿਆਦੇ ਹੈ। ਲੜ ਪਏ ਆਥਣ ਡਾਂਗੋ ਸੋਟੀ ਬੁਰੇ ਹਾਲ। ਉਹ ਤਾਂ ਆਪਣਾ ਸੀਏ ਇੱਕ ਕੰਮ ਕਰਨਾ ਭੁੱਲ ਗਈ ਸੀ,
ਕ੍ਰੈਡਿਟ ਗੋਸ ਟੂ ਪੰਜਾਬ, ਜਿਨ੍ਹਾਂ ਨੇ ਯਾਦ ਕਰਾਇਆ। ਜਦੋਂ ਅਗਲੇ ਦਿਨ ਪਈਆ ਕਸਮਾਨ ਆਪਣੇ ਵਾਲੇ ਕਹਿੰਦੇ ਜੀ ਸੁਪਰੀਮ ਕੋਰਟ ਕਿੱਥੇ ਹੈ, ਸੁਪਰੀਮ ਕੋਰਟ ਦੀਦੀ ਜੀ ਕਹਿੰਦੇ ਕੇਸ ਕੂਸ ਵੀ ਕਰਨੇ ਹੁੰਦੇ ਆ ਬਈ ਅਸੀਂ, ਤੇ ਕੁੱਲ ਮਿਲਾ ਕੇ ਫਿਰ ਫਟਾਫਟ ਦੋਵਾਂ ਦਿਨਾਂ ਬਾਅਦ ਮਤਲਬ 28 ਜਨਵਰੀ 1950 ਨੂੰ ਸੀਏ ਨੇ ਉਦਘਾਟਨ ਕੀਤਾ ਸੁਪਰੀਮ ਕੋਰਟ ਦਾ। ਠੀਕ ਹੈ, ਅਗਲਾ ਪੁਆਇੰਟ ਦੇਖ ਕੇ ਰੱਖ ਲਓ ਫਿਰ, ਸੀਏ inaugurated our Supreme Court. CA inaugurated our Supreme Court on 28 ਜਨਵਰੀ 1950। 28 ਜਨਵਰੀ 1950। ਚਲੋ ਵੀ ਰਹਿ ਗਈ ਆਪਣੀ 1 ਤਰੀਕ ਵੀ ਜੇ ਪੁੱਛਿਆ ਆਪਣੇ ਹਿੰਦੁਸਤਾਨ ਨੇ ਝੰਡਾ ਕਦੋਂ ਅਡਾਪਟ ਕੀਤਾ ਨੈਸ਼ਨਲ ਫਲੈਗ, ਉਹ ਯਾਦ ਰੱਖਿਓ ਵੀ ਜਿਹੜੇ ਸਾਲ ਮੁਲਕ ਆਪਣਾ ਆਜ਼ਾਦ ਹੋਇਆ ਉਹੀ ਸਾਲ ਆਪਣੇ ਨੈਸ਼ਨਲ ਫਲੈਗ ਆਪਾਂ ਅਡਾਪਟ ਕਰ ਲਿਆ। ਠੀਕ ਹੈ, ਆਖਰੀ ਪੁਆਇੰਟ, ਆਖਰੀ ਡੇਟ ਹੈ ਸੀਏ ਅਡਾਪਟਡ our national flag, CA adopted our national flag on 22 ਜੁਲਾਈ 1947। 22 ਜੁਲਾਈ 1947 ਇਹ ਚੀਜ਼ ਆਪਾਂ ਯਾਦ ਰੱਖਣੀ ਹੈ। ਠੀਕ ਹੈ, 22 ਜੁਲਾਈ 1947 ਨੂੰ ਆਪਾਂ ਨੈਸ਼ਨਲ ਫਲੈਗ ਅਡਾਪਟ ਕੀਤਾ। ਹੁਣ ਸਾਰੀਆਂ ਤਰੀਕਾਂ ਇੱਕ ਦੋ ਵਾਰ ਬਸ ਪੜ੍ਹ ਲਿਓ ਤਾਂ ਦਿਮਾਗ 'ਚ ਆਪਣੇ ਫਿੱਟ ਹੋ ਜਾਣਗੀਆਂ। ਪਹਿਲਾਂ ਯਾਦ ਰੱਖਣਾ ਹੈ ਵੀ ਸੰਵਿਧਾਨ ਆਪਾਂ ਅਡਾਪਟ ਕੀਤਾ 26 ਨਵੰਬਰ 1953 ਨੂੰ, ਸੰਵਿਧਾਨ ਆਪਾਂ ਲਾਗੂ ਕੀਤਾ 26 ਜਨਵਰੀ 1950 ਨੂੰ। ਇਦੋਂ 2 ਦਿਨ ਪਹਿਲਾਂ ਨੈਸ਼ਨਲ ਐਂਥਮ ਤੇ ਨੈਸ਼ਨਲ Song ਅਡਾਪਟ ਕੀਤਾ। ਇਦੋਂ 2 ਦਿਨ ਬਾਅਦ ਆਪਾਂ ਸੁਪਰੀਮ ਕੋਰਟ ਦਾ ਉਦਘਾਟਨ ਕੀਤਾ ਤੇ ਝੰਡਾ ਆਪਾਂ ਅਡਾਪਟ ਕੀਤਾ 22 ਜੁਲਾਈ 1947। ਹੁਣ ਆਪਾਂ ਅੱਜ ਦੀ ਕੀਮਤੀ ਜੀ ਸਟਾਰਟ ਕਰਨ ਜਾ ਰਹੇ ਹਾਂ। ਅੱਜ ਦੀ ਫਰੈਸ਼ ਉਹ ਚੀਜ਼ ਕਿਹੜੀ ਹੈ, ਯਾਦ ਰੱਖਣਾ ਹੈ ਆਪਣਾ ਸੰਵਿਧਾਨ ਲਿਖਣ ਤੇ 2 ਸਾਲ 11 ਮਹੀਨੇ 18 ਦਿਨ ਲੱਗੇ ਹੈ। ਤੇ ਅੱਜ ਦੀ ਕਲਾਸ 'ਚ ਆਪਾਂ ਦੇਖਣਾ ਹੈ ਵੀ ਇੰਨਾ ਚਿਰ ਆਪਾਂ ਨੂੰ ਕਾਹਤੇ ਲੱਗ ਗਿਆ, ਵੀ ਇੰਨਾ ਚਿਰ ਕਿਉਂ ਲੱਗਿਆ, ਮਤਲਬ ਵੀ ਆਪਣਾ ਸੰਵਿਧਾਨ ਕਾਹਦਾ ਬਣਿਆ ਹੋਇਆ ਹੈ। ਠੀਕ ਹੈ, ਆਪਣੇ ਸੰਵਿਧਾਨ 'ਚ ਹੈ ਕੀ, ਉਹ ਆਪਾਂ ਅੱਜ ਕੱਲ ਵਾਲੀ ਕਲਾਸ ਦਾ ਇੱਕ ਕਨਕਲੂਡਿੰਗ ਪੈਰਾਗ੍ਰਾਫ ਲਿਖਦੇ हैं ਵੀ ਜਦੋਂ ਆਪਣਾ ਸੰਵਿਧਾਨ ਲਾਗੂ ਹੋਇਆ ਹੈ ਉਸ ਸਮੇਂ ਆਪਣਾ ਸੰਵਿਧਾਨ ਕਾਹਦਾ ਬਣਿਆ ਹੋਇਆ। ਠੀਕ ਹੈ, ਚਲੋ ਫਿਰ ਇੱਕ ਕਨਕਲੂਡਿੰਗ ਪੈਰਾਗ੍ਰਾਫ ਹੈ, ਦੇਖਦੇ ਸੰਵਿਧਾਨ ਆਪਣਾ ਕਾਹਦਾ ਬਣਿਆ ਹੋਇਆ ਹੈ। when our constitution came into force, ਵੀ ਜਦੋਂ ਆਪਣਾ ਸੰਵਿਧਾਨ ਲਾਗੂ ਹੋਇਆ when our constitution came into force on 26 ਜਨਵਰੀ 1950 comma it contains, देखते हैं अपना संविधान कादा बनया होया है, कुछ भी नहीं लिखा है संविधान जिवें पिद्दा है, संविधान पिद्दा है। it contains सिर्फ और सिर्फ कितने 395 आर्टिकल्स, it contains 395 आर्टिकल्स comma 22 parts by parts and 8 सूचियां 8 schedules, 8 अपने संविधान ਦੀਆਂ ਸੂਚੀਆਂ ਤੇ 22 ਆਪਣੇ ਸੰਵਿਧਾਨ ਦੇ ਭਾਗ। ਇਹ ਸ਼ੈਡਿਊਲਸ ਹੈ, ਇਹਨੂੰ ਮਤਲਬ ਗੋਰੇ ਨੂੰ ਸਕੈਜੂਲ ਨਹੀਂ ਕਰਨਾ ਕਿਉਂਕਿ ਇਹ ਸੂਚੀਆਂ ਨੇ, ਸੂਚੀਆਂ ਇਹ 8 ਸੂਚੀਆਂ ਨੇ, 22 ਭਾਗ ਹੈ ਤੇ 395 ਅਨੁਛੇਦ ਹੈ। ਅਨੁਛੇਦ ਮਤਲਬ ਆਰਟੀਕਲਸ ਹੈ, ਸਮਝ ਗਏ। ਇਹ ਆਪਣੀ ਗੱਲ ਕਦੋਂ ਦੀ ਹੈ, ਜਦੋਂ ਆਪਣਾ ਸੰਵਿਧਾਨ ਲਾਗੂ ਹੋਇਆ ਹੈ 26 ਜਨਵਰੀ 1950। पर जे पूछा अज किन्ने है, अज आर्टिकल हो गए लगभग 450, अज भाग हो गए अपने 25 ते अज सूचियां हो गईयां 12। आ पढ़ने आपां ते इहदे विचों मतलब पेपर सवाल बनने हैं, इदों बाहर पॉलिटिकल सवाल नहीं बनना। बस सारे 25 भाग है, कुछ भी नहीं, सारा 450 आर्टिकल है, 12 सूचियां है, इहदे विचों ही सवाल बन जाना बस। ये डक संविधान। हुण रही गल इत्थे पार्ट दा मतलब की है, भाग। पार्ट मतलब की है, ध्यान दे मड़ा, पार्ट मतलब की है भाग। पार्ट ते आर्टिकल, पार्ट ते आर्टिकल ये की है, ये चलणगे बरो बराबर भी। पार्ट्स भागां दे विच की होगा, आर्टिकल होणगे, समझ गए इकट्ठे। जे फॉर एग्जांपल पार्ट नंबर पहला, पहले पार्ट्स कितने होणगे आर्टिकल 1 तो लेके 4। पार्ट नंबर दूजा कितने होणगे आर्टिकल 5 तो लेके 11। पार्ट नंबर तीजा 12 तो लेके 35, 36 तो लेके 51, 52 तो लेके 151, 152 ऐ करदे आपां की है इत्थे बस आपां पहुंच जांगे।
समझ मेरी गल की कह रहे हैं भी ਜਿਹੜੇ ਪਾਰਟ ਹੈ ਤੇ ਆਰਟੀਕਲ ਹੈ ਇਹ ਚੱਲਣਗੇ ਬਰਾਬਰ। ਤੇ ਰਹੀ ਗੱਲ ਸੂਚੀਆਂ ਦੀ, ਸੂਚੀਆਂ ਕੀ ਹੈ? ਸੂਚੀਆਂ ਇੱਕ ਹਿਸਾਬ ਨਾਲ ਇੰਡੈਕਸ ਹੈ। ਸੂਚੀਆਂ ਇੱਕ ਹਿਸਾਬ ਨਾਲ ਕੀ ਹੈ? ਇੰਡੈਕਸ ਹੈ। ਇਹ ਚ 12 ਸੂਚੀਆਂ ਨੇ, ਅੱਜ ਕਰੀਆਂ ਨੇ 12। ਤੇ ਇਹ ਬਹੁਤ ਬਹੁਤ ਰੇਅਰ ਚਾਂਸ ਹੈ ਵੀ ਸੂਚੀ ਦਾ ਸਵਾਲ ਆਪਾਂ ਨੂੰ ਸਿੱਧਾ ਪੇਪਰ 'ਚ ਨਾ ਆਵੇ। ਸਿੱਧਾ ਪੁੱਛਣਗੇ ਉਹ ਵੀ ਸੂਚੀ ਨੰਬਰ 1 'ਚ ਕੀ ਹੈ, 2 'ਚ ਕੀ ਹੈ, 3 'ਚ ਕੀ ਹੈ, 4 'ਚ ਕੀ ਹੈ, 5 'ਚ ਕੀ ਹੈ। ਇਹ ਅੱਜ ਦੀ ਕਲਾਸ ਦੇ ਵਿੱਚ ਆਪਾਂ 12 ਦੀਆਂ 12 ਸੂਚੀਆਂ ਉਤਾਰ ਲੈਣੇ ਆ। ਤੇ ਉਸ ਨੂੰ ਮੈਂ ਕੱਲ ਵੀ ਕਿਹਾ ਸੀ ਵੀ ਆਪਾਂ ਸਿਰਫ ਕਰ ਰਹੇ ਹਾਂ ਇੰਟਰੋਡਕਸ਼ਨ, ਹਲੇ ਸੰਵਿਧਾਨ ਆਪਣਾ ਸਟਾਰਟ ਕੱਲ ਨੂੰ ਹੋਊਗਾ, ਸਮਝ ਗੱਲ। ਪਰ ਮੈਂ ਤੁਹਾਨੂੰ ਕੱਲ ਇਹ ਵੀ ਕਿਹਾ ਵੀ ਇੰਟਰੋਡਕਸ਼ਨ ਨੂੰ ਲਾਈਟਲੀ ਨਹੀਂ ਲੈਣਾ। ਕੱਲ ਦੀ ਤੇ ਅੱਜ ਦੀ ਕਲਾਸ ਵਿੱਚੋਂ ਇੱਕ ਸਵਾਲ ਬਣਨਾ ਤੇ ਪੂਰਾ ਚਾਂਸ ਕਿਹਦਾ ਸਵਾਲ ਆ? ਉਹ ਸੂਚੀਆਂ ਦਾ। ਵੀ ਸੂਚੀਆਂ ਪੱਕਾ ਪੁੱਛਣਗੇ ਤੇ ਇਹਦੇ ਨਾਲ ਹੀ ਫਿਰ ਆਪਣੀ ਇੰਟਰੋਡਕਸ਼ਨ ਕੀ ਹੈ ਖਤਮ ਹੋ ਜੂ। ਉਦੋਂ ਬਾਅਦ ਫਿਰ ਆਪਾਂ ਸੰਵਿਧਾਨ ਦਾ ਰਜਿਸਟਰ ਐਡਾ ਮੋਟਾ ਚੱਕ ਕੇ ਮਤਲਬ ਪੜਨ ਲੱਗ ਜਾਾਂਗੇ ਵੀ ਗੱਤਾ ਪੱਟ ਲਾਂਗੇ ਆਪਾਂ ਤੇ ਗੱਤੇ ਤੋਂ ਹੀ ਫਿਰ ਆਪਾਂ ਸਟਾਰਟ ਕਰ ਲਾਂਗੇ ਕਿ ਆਪਣਾ ਸੰਵਿਧਾਨ ਕਿਵੇਂ ਹੈ। ਠੀਕ ਹੈ, ਚਲੋ ਫਿਰ ਬਣਾਓ ਹੈਡਿੰਗ ਅੱਜ ਦਾ ਫਰੈਸ਼ ਸ਼ੈਡਿਊਲਸ ਆਫ ਇੰਡੀਅਨ ਕਨਸਟੀਟਿਊਸ਼ਨ। ਅੱਜ ਆਪਾਂ ਦੇਖਾਂਗੇ ਆਪਣੇ ਸੰਵਿਧਾਨ ਦੀਆਂ ਸੂਚੀਆਂ, ਆਪਣੇ ਸੰਵਿਧਾਨ ਦੀਆਂ ਸੂਚੀਆਂ ਦੇਖਣ ਜਾ ਰਹੇ ਹਾਂ। ਸ਼ੈਡਿਊਲਸ ਆਫ ਇੰਡੀਅਨ ਕਨਸਟੀਟਿਊਸ਼ਨ, ਸ਼ੈਡਿਊਲਸ ਆਫ ਇੰਡੀਅਨ ਕਨਸਟੀਟਿਊਸ਼ਨ, ਸਾਰੇ ਆਪਣੇ ਸੰਵਿਧਾਨ ਦੀਆਂ ਸੂਚੀਆਂ। ਪੇਪਰ ਹਿਸਾਬ ਨਾਲ ਬਹੁਤ ਬਹੁਤ ਕੀਮਤੀ ਹੈ। ਇੱਕ ਸੂਚੀ ਆਪਾਂ ਨੂੰ ਪੱਕਾ ਪੁੱਛਣਗੇ। ਠੀਕ ਹੈ ਸਿਰਫ ਕੀ ਹੈ? ਇਹ ਇੰਟਰੋਡਕਸ਼ਨ। ਇਹ ਸਿਰਫ ਕੀ ਹੈ? ਇੰਟਰੋਡਕਸ਼ਨ ਹੈ। ਮੇਰੇ ਕਹਿਣ ਦਾ ਮਤਲਬ ਕੀ ਹੈ? ਸਮਝ ਆਵੇ ਨਾ ਆਵੇ ਬੜਾ ਦਿਮਾਗ ਤੇ ਅਸਰ ਨਾ ਪਾਇਓ। ਅੱਜ ਬਸ ਸਿੰਪਲ ਤੁਸੀਂ ਯਾਦ ਰੱਖਣਾ ਹੈ ਵੀ ਕਿਹੜੀ ਸੂਚੀ ਚ ਕੀ ਹੈ। ਇਹ ਅੱਗੇ ਜਾ ਕੇ ਸਭ ਫੁੱਲ ਡਿਟੇਲ ਚ ਪੜਿਆ ਜਾਊਗਾ। ਮਤਲਬ ਇੱਕ ਇੱਕ ਦਿਨ ਲੱਗਣਾ, ਇੱਕ ਇੱਕ ਦਿਨ ਤੁਸੀਂ ਹਿਸਾਬ ਲਾਉਣਾ। ਸੂਚੀ ਨੰਬਰ ਪਹਿਲੀ, ਸੂਚੀ ਨੰਬਰ ਪਹਿਲੀ ਚ ਕੀ ਹੈ? ਲਿਸਟ ਆਫ ਸਟੇਟਸ and union territories, list of states and union territories, ਵੀ ਕਿੰਨੇ ਹਿੰਦੁਸਤਾਨ ਚ ਰਾਜ ਹੈ ਤੇ ਕਿੰਨੇ ਸੂਬੇ ਹੈ ਤੇ ਕਿੰਨੇ ਹਿੰਦੁਸਤਾਨ ਦੇ ਵਿੱਚ ਕੇਂਦਰ ਸ਼ਾਸਤ ਰਾਜ ਹੈ। ਜਿਵੇਂ ਵੈਸੇ ਇਹਨਾਂ ਦਾ ਬੱਚਿਆਂ ਵਾਲੀ ਗੱਲ ਹੀ ਹੈ, ਇਹਨਾਂ ਦਾ ਪਤਾ ਹੀ ਹੈ ਵੀ ਅੱਜ ਭਾਈ ਹਿੰਦੁਸਤਾਨ ਚ 28 ਸਟੇਟਾਂ ਨੇ ਤੇ 8 ਆਪਣੀਆਂ ਕੀ ਹੈ? ਯੂਨੀਅਨ ਟੈਰੀਟਰੀ ਹੈ। ਕਿਉਂਕਿ ਦਮਨ ਐਂਡ ਦਾਦਰ ਨਗਰ ਹਵੇਲੀ ਉਹ ਸਰਕਾਰ ਨੇ ਕੀ ਹੈ? ਇਕੱਠੀ ਕਰਤੀ। ਘਬਰਾਇਆ ਉਹਨਾਂ ਸਭ ਕੁਝ ਦੇਖਾਂਗੇ ਆਪਾਂ। ਜਿਵੇਂ ਸਟੇਟ ਆਪਣੀ ਆਖਰੀ ਕਿਹੜੀ ਬਣੀ ਸੀਗੀ? ਤੇਲੰਗਾਨਾ। ਨਵੀਂ ਆਪਣੀ ਯੂਟੀ ਕਿਹੜੀ ਬਣੀ ਹੈ? ਜਿਵੇਂ ਲਦਾਖ ਹੈ ਤੇ ਜੰਮੂ ਐਂਡ ਕਸ਼ਮੀਰ ਹੈ। ਇੰਨਾ ਤਾਂ ਪਤਾ ਹੈ, ਇਹ ਤਾਂ ਬੱਚਿਆਂ ਵਾਲੇ ਪੁਆਇੰਟ ਹੈ। ਪਰ ਇਹ ਚ ਆਪਾਂ ਕੱਲਾ ਸਿੰਪਲ ਆਈ ਨਹੀਂ ਦੇਖਾਂਗੇ। ਇਹ ਤਾਂ ਸਭ ਨੂੰ ਹੀ ਪਤਾ ਹੈ ਵੀ ਸਟੇਟ ਕੇਰਾ 29ਵੀਂ ਬਣੀ ਸੀ, 29ਵੀਂ ਸਟੇਟ 29th ਉਹ ਸੀ ਤੇਲੰਗਾਨਾ 2 ਜੂਨ 2014। ਪਰ ਪੇਪਰ ਚ ਕੰਪੀਟੀਸ਼ਨ ਪੁੱਛਣਗੇ 22ਵੀਂ ਕਿਹੜੀ ਸੀ, 25ਵੀਂ ਕਿਹੜੀ ਸੀ, ਪਹਿਲੀ ਕਿਹੜੀ ਹੈ। ਜਾਂ ਫੋਰ ਐਗਜ਼ਾਮਪਲ ਸਿੱਧੀ ਗੱਲ ਹੈ ਵੀ ਜਦੋਂ ਮੁਲਕ ਆਪਣਾ ਆਜ਼ਾਦ ਹੋਇਆ, ਆਜ਼ਾਦੀ ਵੇਲੇ ਹਿੰਦੁਸਤਾਨ ਚ ਕਿੰਨੀਆਂ ਸਟੇਟਾਂ ਸੀ ਆਪਾਂ ਨੂੰ ਕੱਖ ਨਹੀਂ ਪਤਾ ਹੋਣਾ। ਤਾਂ ਕਹਿੰਦੇ ਵੀ ਇਹ ਸਿਰਫ ਇੰਟਰੋਡਕਸ਼ਨ ਹੈ। ਸਾਰਾ ਦੇਸ਼ ਹਲੇ ਆਪਾਂ ਦੇਖਣਾ ਹੈ ਵੀ ਦੇਸ਼ ਕਿਵੇਂ ਬਣਿਆ, ਕਿਹੜੇ ਹਾਲਾਤਾਂ 'ਚ ਬਣਿਆ। ਇਹ ਟ੍ਰਾਇੰਗਲ, ਇਹ ਮੁਲਕ ਉਹੀ ਨਹੀਂ ਬਣ ਗਿਆ। ਇੱਥੇ ਤੱਕ ਘਸਮਾਨ ਪੈਣਾ, ਅੱਗਾਂ ਲੱਗਣਗੀਆਂ, ਇੰਨੇ ਲੋਕ ਉਜੜਨਗੇ, ਇੰਨੇ ਲੋਕ ਉਜੜਨਗੇ ਜਿਹੜੇ ਕਿ ਆਪਣੇ 100 ਸਾਲ ਗੋਰਿਆਂ ਦੇ ਰਾਜ ਵਿੱਚ ਵੀ ਨਹੀਂ ਉਜੜੇ, ਜਿਹੜੇ ਅਗਲੇ ਆਪਾਂ ਆਜ਼ਾਦੀ ਦੇ 9 ਸਾਲਾਂ ਬਾਅਦ ਉਜਾੜ ਦਾਂਗੇ। ਇਹ ਸਾਰਾ ਦੇਸ਼ ਕਿਵੇਂ ਖੜਾ ਹੋਇਆ, ਕਿਵੇਂ ਪੈਦਾ ਹੋਇਆ, ਕਿਵੇਂ ਸੂਬੇ ਬਣੇ ਹੈ, ਇਹ ਸਭ ਕੁਝ ਦੇਖਣਾ ਹੈ। ਪਰ ਅੱਜ ਵਾਸਤੇ ਆਪਾਂ ਕੀ ਯਾਦ ਰੱਖਣਾ ਹੈ ਵੀ ਸੂਚੀ ਨੰਬਰ 1 ਚ ਕੀ ਹੈ? ਲਿਸਟ ਆਫ ਸਟੇਟਸ ਐਂਡ ਯੂਨੀਅਨ ਟੈਰੀਟਰੀਜ਼। ਬਸ ਚਲੋ ਸੂਚੀ ਨੰਬਰ 2। ਸੂਚੀ ਨੰਬਰ 2 ਚ ਉਹੀ ਚੀਜ਼ ਹੈ ਜਿਹਦੇ ਆਪਾਂ ਅੱਜ ਸਭ ਤੋਂ ਵੱਧ ਮਰਦੇ ਹਾਂ। ਆਬਵੀਅਸ ਹੈ, ਆਪਣੇ ਸੰਵਿਧਾਨ ਲਿਖਣ ਵਾਲੇ ਫਿਰ ਮਰਦੇ ਸੀ। ਉਹਨੂੰ ਚੰਗੀ ਤਰ੍ਹਾਂ ਪਤਾ, ਬਾਅਦ ਚ ਲੜਨਗੇ, ਭਿੜਨਗੇ, ਸਿਰ ਪਾੜਨਗੇ ਵੀ ਮੈਂ ਇੰਨੇ ਲੈਣੇ ਆ, ਮੈਂ ਇੰਨੇ ਲੈਣੇ ਆ, ਮੈਂ ਇੰਨੇ ਲੈਣੇ ਆ। ਤੇ ਸੰਵਿਧਾਨ ਵਾਲਿਆਂ ਨੇ ਕੀ ਕੀਤਾ? ਸੂਚੀ ਨੰਬਰ 2 ਚ ਛੇਪਤਾ ਕੀ ਹੈ? ਤਨਖਾਹਾਂ, ਸੈਲਰੀਜ਼। ਹੁਣ ਗੱਲ ਫੇਰ ਉੱਥੇ ਆ ਗਈ। ਹਲੇ ਕੋਈ ਬੰਦਾ ਨਹੀਂ ਪੜਿਆ, ਕੋਈ ਲੈਣ ਨਹੀਂ ਦੇਣ ਨਹੀਂ। ਜਿੱਥੇ ਬੰਦਾ ਪੜਾਂਗੇ ਮੌਕੇ ਤੇ ਭਾਈ ਦੇਖ ਲਿਆ ਕਰਾਂਗੇ ਵੀ ਰਾਸ਼ਟਰਪਤੀ ਦੀ ਕਿੰਨੀ ਹੈ, ਫਲਾਣੇ ਦੀ ਕਿੰਨੀ ਹੈ, ਧੌਂਕੇ ਦੀ ਕਿੰਨੀ ਹੈ, ਉਹ ਸਾਰਾ ਆਪਾਂ ਦੇਖਾਂਗੇ। ਇਹ ਬੜੀ ਗੱਲ ਠੀਕ ਹੈ। ਸੂਚੀ ਨੰਬਰ 3 ਆਪਣੇ ਹਿੰਦੁਸਤਾਨ ਦੀ ਕੋਈ ਵੀ ਕਨਸਟੀਟਿਊਸ਼ਨਲ ਪੋਸਟ ਹੈ, ਕੋਈ ਵੀ ਮਤਲਬ ਸਮਝ ਲਓ ਕੋਈ ਵੀ, ਚਾਹੇ PM ਹੈ, ਇਲੈਕਸ਼ਨ ਕਮਿਸ਼ਨਰ ਹੈ, UPSC ਦੇ ਮੈਂਬਰ ਹੈ, ਜੱਜ ਹੈ, ਅਟਾਰਨੀ ਜਨਰਲ ਹੈ, ਕੈਗ ਹੈ, ਕੁਛ ਮਰਜ਼ੀ ਹੈ। ਉਹ ਜਦੋਂ ਪੋਸਟ ਤੇ ਬਹਿੰਦਾ ਉਹ ਕੀ ਕਰਦਾ? ਉਹ ਪਹਿਲਾਂ ਸਹੁੰ ਚੱਕਦਾ, ਕਿਉਂਕਿ ਸੰਵਿਧਾਨ 'ਚ ਲਿਖਿਆ ਹੋਇਆ ਸੂਚੀ ਨੰਬਰ 3 ਚ ਵੀ ਹਰ ਬੰਦੇ ਨੇ ਰਸਮਾਂ ਕਸਮਾਂ, ਧਾਗੇ ਤਵੀਤ ਟਿੱਕੇ ਕੁਛ ਵੀ ਫੋਲੋ ਕਰਨਾ ਆਪਦਾ ਭਾਈ ਫੋਲੋ ਕਰ ਲਓ। ਤੇ ਇਹ ਵੀ ਗੱਲ ਯਾਦ ਰੱਖਣੀ ਹੈ, ਹਰ ਬੰਦੇ ਦੀ ਸਹੁੰ ਵੱਖਰੋ ਵੱਖਰੀ ਹੁੰਦੀ ਹੈ। PM ਦੀ ਆਪਦੀ ਸਹੁੰ ਹੁੰਦੀ ਹੈ, ਜੱਜ ਦੀ ਆਪਦੀ ਹੁੰਦੀ ਹੈ, ਕੈਗ ਦੀ ਆਪਦੀ ਹੁੰਦੀ ਹੈ, ਅਟਾਰਨੀ ਜਨਰਲ ਦੀ ਆਪਦੀ ਹੁੰਦੀ ਹੈ, MLA ਦੀ ਆਪਦੀ ਹੁੰਦੀ ਹੈ, MCM ਦੀ ਆਪਦੀ ਹੁੰਦੀ ਹੈ। ਵੀ ਜਿੰਨੇ ਬੰਦੇ ਆਪਾਂ ਕਲਾਸ 'ਚ ਦੇਖਦੇ ਹੁੰਦੇ ਆ, ਆਪਾਂ ਕਲਾਸ ਦੇਖਿਆ ਵੀ ਸੀਗਾ ਹੈ
ਵੀ ਕੁੱਲ ਮਿਲਾ ਕੇ ਜਿਵੇਂ ਆਪਣੀ ਆਪ ਦੀ ਹੁੰਦੀ ਹੈ ਵੀ ਸਹੁੰ ਲੱਗੇ ਗੁਰਦੁਆਰੇ ਦੀ, ਸਹੁੰ ਲੱਗੇ ਮੰਮੀ ਦੀ, ਸਹੁੰ ਲੱਗੇ ਡੈਡੀ ਦੀ, ਵੀ ਸਹੁੰਾਂ ਨੇ ਹਿੰਦੁਸਤਾਨ 'ਚ ਸਹੁੰਾਂ ਦੀਆਂ ਕਿਸਮਾਂ ਬਹੁਤ ਜ਼ਿਆਦਾ ਹੈ। ਉਹ ਸਾਰੀਆਂ ਸਹੁੰਾਂ ਵੀ ਕਿਹੜੀ ਸਹੁੰ ਹਿੰਦੁਸਤਾਨ ਸਭ ਤੋਂ ਵੱਧ ਵਰਤੀ ਜਾਂਦੀ ਹੈ ਉਹ ਸੂਚੀ ਨੰਬਰ ਆਪਾਂ 3 'ਚ ਦੇਖਾਂਗੇ। ਅੱਜ ਵਾਸਤੇ ਸਿੰਪਲ ਯਾਦ ਰੱਖ ਲਓ ਵੀ ਭਾਈ ਸੂਚੀ ਨੰਬਰ 3 'ਚ ਕੀ ਹੈ, ਫਾਰਮਸ ਆਫ oaths and affirmations, ਵੀ ਸਾਰੀਆਂ ਰਸਮਾਂ ਕਸਮਾਂ ਧਾਗੇ ਤਵੀਤ ਟਿੱਕੇ ਕੁਛ ਵੀ ਜਿਹੜਾ ਭਾਈ ਬੰਦੇ ਨੇ ਫੋਲੋ ਕਰਨਾ ਹੈ ਉਹ ਫੋਲੋ ਕੀ ਹੈ ਕਰ ਲਓ, ਉਹਨੂੰ ਬੋਲਾਂਗੇ ਆਪਾਂ ਫਾਰਮਸ ਆਫ oaths and affirmations। ਸਮਝ ਗਏ, ਇਹ ਚੀਜ਼ ਫਿਰ ਆਪਾਂ ਯਾਦ ਰੱਖਣੀ ਹੈ। ਮੈਂ ਬਾਰ-ਬਾਰ ਕਹਿ ਰਿਹਾ ਇਹ ਸਿੱਧਾ ਸੂਚੀ ਨੰਬਰ ਇੱਥੇ ਸਾਰਾ ਮੁੱਲ ਇੱਥੇ ਨੰਬਰ ਦੇ ਹੈ, ਨੰਬਰਿੰਗ ਦਾ। ਉਸ ਨੂੰ ਜਾਂ ਤਾਂ ਨੰਬਰ ਦੇਣਗੇ ਜਾਂ ਤੁਹਾਨੂੰ ਆ ਦੇਣਗੇ, ਤੁਸੀਂ ਇਹੀ ਬਸ ਮੈਥ ਦੀ ਫੋਲੋਇੰਗ ਛੰਟਣਾ ਹੋਊਗਾ, ਠੀਕ ਹੈ। ਨੰਬਰ ਦੇ ਨਾਲ 1 ਚ ਕੀ ਹੈ ਲਿਸਟ ਆਫ ਸਟੇਟਸ ਐਂਡ ਯੂਟੀਜ਼, 2 ਚ ਕੀ ਹੈ ਸੈਲਰੀਜ਼, 3 ਚ ਕੀ ਹੈ ਸੌਹਾਂ, 4 ਚ ਕੀ ਹੈ ਸੀਟਾਂ ਦੀ ਵੰਡ ਕੀਤੀ ਹੋਈ ਹੈ। ਹਲੇ ਆਪਾਂ ਨੂੰ ਡੱਕਾ ਨਹੀਂ ਪਤਾ ਕਿਹੜੀਆਂ ਸੀਟਾਂ ਕਿਹੜੀ ਵੰਡ ਸਭ ਕੁਝ ਦੇਖਣਾ ਹੈ, ਪਰ ਇੱਥੇ ਕੀ ਲਿਖਣਾ ਆਪਾਂ ਲਿਖੋ ਐਲੋਕੇਸ਼ਨ of seats from states in Rajya Sabha, allocation of seats from states in Rajya Sabha, allocation ਵੀ ਸੀਟਾਂ ਦੀ ਵੰਡ ਕੀਤੀ ਹੋਈ ਹੈ ਫਰੋਮ ਸਟੇਟਾਂ ਇਨ ਰਾਜਿਆ ਸਭਾ। ਹਲੇ ਕੁਛ ਨਹੀਂ ਪਤਾ, ਅੱਜ ਕੁਛ ਕਰਨਾ ਹੀ ਨਹੀਂ ਵੈਸੇ ਅੱਜ ਆਪਾਂ ਤੁਹਾਨੂੰ ਸਿੰਪਲ ਡਰਾਉਣਾ ਹੈ ਵੀ ਇੰਨਾ ਕੁਛ ਪੜ੍ਹਨਾ ਹੈ। ਹੁਣ ਜਿਵੇਂ ਰਾਜਿਆ ਸਭਾ ਕਿੱਥੇ ਆਊਗੀ, ਰਾਜਿਆ ਸਭਾ ਤੇ ਪਹੁੰਚਾਂਗੇ ਆਪਾਂ ਅਗਲੇ ਹਫ਼ਤੇ। ਆਰਟੀਕਲ ਨੰਬਰ 80 ਦੇ ਵਿੱਚ ਹੈ, ਆਰਟੀਕਲ ਨੰਬਰ 80 ਦੇ ਵਿੱਚ ਹੈ ਰਾਜਿਆ ਸਭਾ, ਪਾਰਟ ਨੰਬਰ 5ਵਾਂ ਹੋਊਗਾ। ਲੋਕ ਸਭਾ ਆਰਟੀਕਲ ਨੰਬਰ 79 ਦੇ ਵਿੱਚ ਹੈ, 81 ਚ ਆਪਣੀ ਮਤਲਬ 79 ਚ ਆਪਣੀ ਪਾਰਲੀਮੈਂਟ ਹੈ, 80 ਚ ਰਾਜਿਆ ਸਭਾ, 81 ਚ ਲੋਕ ਸਭਾ, 82 ਚ ਡੀਲਿਮਿਟੇਸ਼ਨ ਕਮਿਸ਼ਨ, ਸੈਂਕੜੀ ਕੁਛ ਹੈ। ਅੱਜ ਕੀ ਦੇਖਣਾ ਹੈ ਸਿੰਪਲ ਵੀ ਕਿਹੜੀ ਸੂਚੀ ਦੇ ਵਿੱਚ ਕਿਹੜੀ ਚੀਜ਼ ਆਪਾਂ ਨੂੰ ਦਿੱਤੀ ਹੋਈ ਹੈ। ਸੂਚੀ ਨੰਬਰ 5ਵੀਂ 6ਵੀਂ ਤਾਂ ਇੰਨੀ ਕੀਮਤੀ ਹੈ यूपीएससी तक वो सैकड़े बार आ चुकी है। क्यों? क्योंकि वर्डिंग जमा सेम है। जो वर्डिंग सेम है ਤਾਂ ਆਪਾਂ ਪੇਪਰ 'ਚ ਅਸਲ 'ਚ ਪਹਿਲੀ ਵਾਰ ਕੇ ਬੌਂਦਲੇ ਬੈਠੇ ਹੁੰਦੇ ਆ, ਪੇਪਰ 'ਚ ਮਾਹੌਲ ਹੋਰ ਹੁੰਦਾ, ਘਰੇ ਮਾਹੌਲ ਹੋਰ ਹੁੰਦਾ। ਪੇਪਰ 'ਚ ਬੰਦਾ ਪੇਪਰ ਦੇਖ ਕੇ ਬੌਂਦਲਿਆ ਪਿਆ ਹੁੰਦਾ ਵੀ ਆ ਵੀ ਨਹੀਂ ਆਉਂਦਾ, ਆ ਵੀ ਨਹੀਂ ਆਉਂਦਾ, ਆ ਵੀ ਨਹੀਂ ਆਉਂਦਾ, ਪੂਰੀ ਗਰਮੈਸ਼ ਚੜੀ ਪਈ ਹੁੰਦੀ ਹੈ। ਤੇ ਕੁੱਲ ਬਣਾ ਕੇ ਪੇਪਰ ਤਾਂ ਹੀ ਇਹ ਪਾਉਣਗੇ ਕਿਉਂਕਿ ਜਿਹੜੀ ਵਰਡਿੰਗ 5ਵੇਂ ਦੇ ਵਿੱਚ ਹੈ ਡਿਟੋ ਵਰਡਿੰਗ 6ਵੇਂ ਦੇ ਵਿੱਚ ਹੈ। ਫਰਕ ਕੀ ਹੈ, 6ਵੇਂ ਦੇ ਵਿੱਚ ਪਿੱਛੇ ਬਸ 3 ਨਵੇਂ ਅੱਖਰ ਐਡ ਹੋ ਜਾਣਗੇ। ਠੀਕ ਹੈ, ਲਿਖੋ ਪਹਿਲਾਂ ਸੂਚੀ ਨੰਬਰ 5ਵੀਂ ਕਿਹੜੀ ਹੈ। ਸੂਚੀ ਨੰਬਰ 5ਵੀਂ ਕਿਹੜੀ ਹੈ? ਐਡਮਿਨਿਸਟ੍ਰੇਸ਼ਨ and control of scheduled areas and tribes। ਜਿਹੜੇ ਸਾਰੇ ਪਿਛੜੇ ਏਰੀਏ ਹੈ, ਪਿਛੜੀਆਂ ਜਾਤਾਂ, ਉਹਨਾਂ ਦੀ ਦੇਖ ਰੇਖ, ਸਾਂਭ ਸਮਾਇਕ, ਐਡਮਿਨਿਸਟ੍ਰੇਸ਼ਨ, ਕੰਟਰੋਲ, ਉਹ ਸਾਰਾ ਕੁਝ ਆਪਣਾ ਸੂਚੀ ਨੰਬਰ 5ਵੀਂ ਦੇ ਵਿੱਚ ਹੈ। ਐਡਮਿਨਿਸਟ੍ਰੇਸ਼ਨ ਐਂਡ ਕੰਟਰੋਲ ਆਫ ਸ਼ੈਡਿਊਲਡ ਏਰੀਆਸ ਐਂਡ ਟ੍ਰਾਈਬਸ। ਹੁਣ ਦੇਖਣਾ ਹੈ ਵੀ ਇਹ ਉਲਝਵਾਂ ਕਿਉਂ ਹੈ, ਕਿਉਂਕਿ ਜਿਹੜੀ ਸੂਚੀ ਨੰਬਰ 6 ਹੈ ਇੱਥੋਂ ਤੱਕ ਜਮੀ ਡਿਟੋ ਹੈ, ਆ ਦਾ ਫੁੱਲ ਸਟਾਪ ਦਾ ਫਰਕ ਵੀ ਨਹੀਂ। ਐਡਮਿਨਿਸਟ੍ਰੇਸ਼ਨ ਐਂਡ ਕੰਟਰੋਲ ਆਫ ਸ਼ੈਡਿਊਲਡ ਏਰੀਆਸ ਐਂਡ ਟ੍ਰਾਈਬਸ, ਪਿੱਛੇ ਜੋੜਨੇ 3 ਅੱਖਰ, ਫॉर ਨਾਰਥ ਈਸਟਰਨ ਸਟੇਟਸ, ਫॉर ਨਾਰਥ ਈਸਟਰਨ ਸਟੇਟਸ, ਫॉर ਨਾਰਥ ਈਸਟਰਨ ਸਟੇਟਸ। ਵੀ ਨਾਰਥ ਈਸਟਰਨ ਸਟੇਟਾਂ ਵਾਸਤੇ ਵੱਖਰਾ ਪ੍ਰਸਤਾਵ ਰੱਖਿਆ ਹੋਇਆ। ਕਿਹੜੀਆਂ ਵਾਸਤੇ ਦੇਖਾਂਗੇ ਆਪਾਂ? ਅਸਾਮ ਹੈ, ਮੇਘਾਲਿਆ ਹੈ, ਤ੍ਰਿਪੁਰਾ, ਮਿਜ਼ੋਰਮ ਹੈ। ਆ ਪਿਛਲੇ ਕੁਝ ਮਹੀਨਿਆਂ ਦੀ ਖਬਰ ਹੀ ਹੈ, ਸਰਕਾਰ ਨੇ ਇਹਦੇ ਵਿੱਚ ਲਦਾਖ ਨੂੰ ਵੀ ਐਡ ਕਰਤਾ। ਉਹ ਬਾਕੀ ਚੱਕਰ ਕੀ ਹੈ, ਬਸ ਬਾਰ-ਬਾਰ ਕੀ ਕਰ ਰਹੇ ਆ ਵੀ ਇੱਥੇ ਆਪਾਂ ਡਿਟੇਲ ਤਾਂ ਚੈੱਕ ਕਰਨ ਕੋਈ ਨਹੀਂ। ਅੱਜ ਤਾਂ ਆਪਾਂ ਸਿੰਪਲ ਦੇਖਣਾ ਹੈ ਵੀ ਕਿਹੜੀ ਸੂਚੀ ਨੰਬਰ 'ਚ ਕੀ ਹੈ। ਆਪਾਂ ਪੜ੍ਹਨਾ ਸਿਸਟਮੈਟਿਕ ਪੜ੍ਹਨਾ, ਆਪਾਂ ਫਾਹਾ ਨਹੀਂ ਪੜ੍ਹਨਾ। ਸਮਝ ਗਏ? ਸਿੰਪਲ ਤਰੀਕੇ ਨਾਲ, ਸਿੰਪਲ ਤਰੀਕੇ ਨਾਲ ਅੱਜ ਆਪਾਂ ਕੰਫਰਟੇਬਲ ਫੀਲ ਕਰਨਾ ਹੈ, ਕਿਉਂਕਿ ਸੂਚੀਆਂ ਗਾਹਾਂ ਆਪਾਂ ਖਿਲਾਰ ਦਾਂਗੇ। ਕੱਲੀ ਸੂਚੀ ਇੱਕ ਦਿਨ ਲਾਵਾਂਗੇ, ਕੱਲੇ ਭਾਗ ਦੇ ਇੱਕ ਦਿਨ ਲਾਵਾਂਗੇ, ਤਾਂ ਕਹਿਣਾ ਵੀ ਸਿਰਫ ਔਰ ਸਿਰਫ ਇੰਟਰੋਡਕਸ਼ਨ ਹੈ। ਚਲੋ ਫਿਰ ਸੂਚੀ ਨੰਬਰ ਬੱਚਿਓ ਫਿਰ ਆ ਗਈ 7ਵੀਂ। ਸੂਚੀ ਨੰਬਰ 7ਵੀਂ 'ਚ ਕੀ ਹੈ?
ਸੂਚੀ ਨੰਬਰ 7ਵੀਂ ਦੇ ਵਿੱਚ ਪਾਵਰਾਂ ਦੀ ਵੰਡ ਕੀਤੀ ਹੋਈ ਹੈ। ਪਾਵਰਾਂ ਦੀ ਵੰਡ ਜਿਵੇਂ ਆਪਣੇ ਘਰਾਂ 'ਚ ਕੀਤੀ ਹੁੰਦੀ ਹੈ ਪਾਵਰਾਂ ਦੀ ਵੰਡ, ਵੀ ਕੁਝ ਪਾਵਰਾਂ ਆਪਣੀ ਬੇਬੇ ਕੋਲ ਹੁੰਦੀਆਂ, ਕੁਝ ਪਾਵਰਾਂ ਆਪਣੇ ਪਾਪੇ ਕੋਲ ਹੁੰਦੀਆਂ, ਤੇ ਬਚੀਆਂ ਖੁਚੀਆਂ ਜਾਂ ਪਾਵਰਾਂ ਆਪਣੇ ਬਜ਼ੁਰਗਾਂ ਕੋਲੇ ਹੁੰਦੀਆਂ। ਵੀ ਜਿਹੜੀਆਂ ਬੇਕਾਰ ਦੀਆਂ ਪਾਵਰਾਂ ਮੰਨੋ ਨਾ ਮੰਨੋ ਸਰ ਜੂਗਾ, ਵੀ ਇਹ ਬੁੜਾ ਆਪਣਾ ਕੀ ਕਰ ਦੂਗਾ, ਉਹ ਬੁੜੇ ਵਾਲੀਆਂ ਪਾਵਰਾਂ ਦੇਖਾਂਗੇ, ਪਾਪੇ ਵਾਲੀਆਂ ਪਾਵਰਾਂ ਦੇਖਾਂਗੇ, ਬੇਬੇ ਵਾਲੀਆਂ ਪਾਵਰਾਂ ਦੇਖਾਂਗੇ। ਉਸੇ ਤਰੀਕੇ ਨਾਲ ਆਪਣੇ ਹਿੰਦੁਸਤਾਨ ਦੇ ਵਿੱਚ ਹੀ ਪਾਵਰਾਂ ਦੀ ਵੰਡ ਕੀਤੀ ਹੋਈ ਹੈ, ਵੀ ਕਿਹੜੀਆਂ ਪਾਵਰਾਂ ਸੈਂਟਰ ਕੋਲੇ ਹੈ, ਕਿਹੜੀਆਂ ਪਾਵਰਾਂ ਸੂਬਿਆਂ ਕੋਲੇ ਹੈ, ਕਿਹੜੀਆਂ ਪਾਵਰਾਂ ਦੋਨਾਂ ਕੋਲੇ ਹੈ। ਸਮਝ ਗੱਲ, ਉਹ ਸਾਰਾ ਦੇਖਣਾ ਹੋ ਆਪਾਂ। ਤੇ ਇਹ ਜਦੋਂ ਜਿਵੇਂ ਆਪਾਂ ਜਿਵੇਂ ਸੰਵਿਧਾਨ ਪੜ੍ਹਦੇ ਜਾਵਾਂਗੇ ਇਹ ਆਟੋਮੈਟਿਕ ਕਨਸੈਪਟ ਆ, ਆਟੋਮੈਟਿਕ ਹੀ ਕਲੀਅਰ ਹੋ ਜੂ। ਤੁਹਾਨੂੰ ਮੈਨੂੰ ਐਂਡ ਤੇ ਦੱਸਣ ਦੀ ਲੋੜ ਪੈਣੀ ਹੋਈ ਨਹੀਂ ਵੀ ਆਹ ਪਾਵਰ ਕਿਹਦੀ ਆ, ਆਹ ਪਾਵਰ ਕਿਹਦੀ ਹੈ, ਤੁਹਾਨੂੰ ਆਪੇ ਹੀ ਪਤਾ ਲੱਗਣ ਲੱਗ ਜੂਗਾ, ਕਿਉਂਕਿ ਹਲੇ ਆਪਣਾ ਸੰਵਿਧਾਨ ਤਾਂ ਸਟਾਰਟ ਹੋਏ ਨਹੀਂ। ਤਾਂ ਸੂਚੀ ਨੰਬਰ 7ਵੀਂ 'ਚ ਕੀ ਹੈ? Division of power, division of power between center and states, division of power between center and states, division of power between center and states, division of power between center and ਸਟੇਟਸ। ਸਮਝ ਗਏ? ਇਹਦੇ ਵਿੱਚ ਪਾਵਰਾਂ ਵੰਡ ਕਿਵੇਂ ਕੀਤੀ? ਅਸਲ ਦੇ ਵਿੱਚ ਇਹਦੇ ਵਿੱਚ ਬਣੀਆਂ ਹੋਈਆਂ 3 ਲਿਸਟਾਂ। ਤਾਂ ਲਿਖੀ ਲਓ ਫੁੱਲ ਸਟਾਪ। ਇਟ ਕੰਟੇਨਸ 3 ਲਿਸਟਸ। ਇਹਦੇ ਵਿੱਚ ਹੈਗੀਆਂ ਬੱਚਿਓ 3 ਲਿਸਟਾਂ। ਇਟ ਕੰਟੇਨਸ 3 ਲਿਸਟਸ, ਯੂਨੀਅਨ ਲਿਸਟ, ਸਟੇਟ ਲਿਸਟ ਤੇ ਆਪਣਾ ਕਨਕਰੰਟ ਲਿਸਟ। ਸਮਝ ਗਏ? ਯੂਨੀਅਨ ਲਿਸਟ ਹੈ, ਇਹਦੇ ਵਿੱਚ ਕੀ ਹੈ? 100 ਸਬਜੈਕਟਸ। ਸਬਜੈਕਟ ਮਤਲਬ ਕੀ ਹੈ ਬੱਚਿਓ? ਸਬਜੈਕਟ ਮਤਲਬ ਮਸਲੇ। ਇਹਦਾ ਮਤਲਬ ਕੀ ਹੈ ਵੀ 100 ਮਸਲਿਆਂ ਤੇ ਸੈਂਟਰ ਸਰਕਾਰ ਦੀ ਚੱਲਦੀ ਹੈ। ਸਟੇਟਾਂ ਮਸਲਿਆਂ 'ਚ ਕੀ ਹੈ? 61 ਮਸਲਿਆਂ ਤੇ ਸੂਬਾ ਸਰਕਾਰ ਦੀ ਚੱਲਦੀ ਹੈ। 52 ਮਸਲਿਆਂ ਤੇ ਦੋਨਾਂ ਦੀ ਚੱਲਦੀ ਹੈ। ਸਮਝੇ? ਇਹਦੇ ਵਿੱਚ ਲਿਸਟ ਹੈ ਯੂਨੀਅਨ, ਸਟੇਟ, ਕਨਕਰੈਂਟ। ਤੇ ਇੱਕ ਚੀਜ਼ ਹੋਰ ਵੀ ਹੈ, ਇਹਦੇ ਸਾਈਡ ਤੇ ਕੁਐਸਚਨ ਮਾਰਕ ਮਾਰ ਕੇ ਰੱਖਿਓ। ਕਿਉਂਕਿ ਇਹ ਸਬਜੈਕਟ ਹੋ ਸਕਦਾ ਤੁਹਾਡਾ ਪੇਪਰ ਹਲੇ ਕਦੋਂ ਹੋਣਾ, ਹੋ ਸਕਦਾ ਤੁਹਾਡਾ ਪੇਪਰ ਅਗਲੇ ਸਾਲ ਹੋਵੇ, ਹੋ ਸਕਦਾ ਮੂਰਲੇ ਮਹੀਨੇ ਆ ਜੇ। ਕੱਲ ਕਿਹਨੇ ਦੇਖਿਆ? ਖਾਸ ਤੌਰ ਤੇ ਪੰਜਾਬ ਦਾ ਮਤਲਬ ਡੱਕਾ ਭਰੋਸੇ ਹੀ ਨਹੀਂ, ਪਤਾ ਨਹੀਂ ਕੋਈ ਸੱਪ ਕੱਢ ਦੇਣ। ਤਾਂ ਕਹਿੰਦਾ ਵੀ ਆਹ ਨਹੀਂ ਪਤਾ ਮਸਲੇ ਕਦੋਂ ਚੇਂਜ ਹੋ ਜਾਣ। ਇਹ ਤੁਹਾਡਾ ਆਪਦਾ ਫਰਜ਼ ਬਣਦਾ ਵੀ ਤੁਸੀਂ ਪੇਪਰ 'ਚ ਜਾਣ ਤੋਂ ਪਹਿਲਾਂ ਦੇਖ ਕੇ ਜਾਣਾ, ਚੈੱਕ ਕਰਕੇ ਜਾਣਾ ਵੀ ਭਾਈ ਕਿੰਨੇ ਮਸਲੇ ਹੈ। ਠੀਕ ਹੈ? 100, 61, 52 ਇਹ ਸਭ ਕੁਝ ਵੈਸੇ ਆਪਾਂ ਅੱਗੇ ਦੇਖਣਾ ਵੀ ਹੈ, ਘਬਰਾਉਣ ਦੀ ਲੋੜ ਨਹੀਂ। ਇਹ ਸੂਚੀ ਨੰਬਰ ਆਪਣੀ 7ਵੀਂ ਹੈ। ਤੇ ਹੁਣ ਦੇਖਣ ਜਾ ਰਹੇ ਹਾਂ ਆਪਾਂ ਸੂਚੀ ਨੰਬਰ 8ਵੀਂ, ਜੋ ਕਿ ਪੇਪਰ ਹਿਸਾਬ ਨਾਲ ਬਹੁਤ 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 ਹੀ ਕੀਮਤੀ ਹੈ। ਲਿਖ ਲਓ ਫਰਜ਼ ਕੀ ਹੈ? ਲਿਸਟ ਆਫ official languages, list of official languages, list of official languages, list of ऑफिशियल। हाँ माड़े आप वैसे डिस्कस कर ही लेने हैं भी जे पूछया अपने हिंदुस्तान दे विच अज किन्नियां ऑफिशियल लैंग्वेजेस है तो ब्रैकेट्स पा लो 22 अज हिंदुस्तान दे विच। वैसे अगे पार्ट आऊगा सारा पढ़ांगे पर अज वास्ते चलो कुछ माड़ा मोटा पता होवे आपां नूं भी जे पूछया हिंदुस्तान च किन्नियां ऑफिशियल लैंग्वेजेस है 22। पर याद रखियो जदों अपना संविधान लागू होया सी उदों सीगियां 14। चाहे नाम भी लिख के रख लो। इन ओरिजिनल कॉन्स्टिट्यूशन, इन ओरिजिनल मतलब पेपरां दे विच आपां नूं वर्ड यूज करनगे ओरिजिनल मतलब कि जदों संविधान लागू होया उहनूं कहंदे आ ओरिजिनल कॉन्स्टिट्यूशन। इन ओरिजिनल कॉन्स्टिट्यूशन कॉमा देयर वर 14 ये 14 ਹੁੰਦੀਆਂ ਸੀ ਪਹਿਲਾਂ याद रखना है। ਤੇ ਇਹ ਵੀ ਜੇ ਫਿਰ याद रख लो नाल भी जे पुछया आखिरी 4 ਕਿਹੜੀਆਂ ਨੇ, आखिरी 4 ऑफिशियल लैंग्वेजेस हिंदुस्तान च ਕਿਹੜੀਆਂ ਨੇ ਉਹ ਵੀ ਲਿਖ ਕੇ ਰੱਖ ਲਓ। वैसे तो आप 22 ਦੀਆਂ 22 ਦੇਖਾਂਗੇ ਵੀ ਇਹ ਵੀ ਦੇਖਾਂ ਕਿੱਥੇ ਬੋਲੀ ਜਾਂਦੀ ਹੈ ਪਰ ਅੱਜ ਵਾਸਤੇ ਸਿੰਪਲ ਲਿਖ ਕੇ ਰੱਖ ਲਓ ਵੀ ਲੇਟੈਸਟ 4 ਕਿਹੜੀਆਂ ਨੇ। ਮੈਥਾਲੀ, ਬੋਡੋ, डोगरी, संथली। मैथाली, बोडो, डोगरी, संथली। मैथाली, बोडो, डोगरी, संथली। मैथाली, बोडो, डोगरी, संथली।
ये अपने की है संथाली, ये अपने की है 4 आखिरी ऑफिशियल लैंग्वेजेस है। ये पूछा ये चारे कदों ऐड होईए ਤਾਂ ਆਪਾਂ ਟਿਕ ਲਾ ਦਾਂਗੇ ਐਡਡ ਬਾਈ, ਇਹ ਚਾਰੇ ਐਡ ਹੋਈਆਂ ਐਡਡ ਬਾਈ 92 ਅਮੈਂਡਮੈਂਟ 2003। ਅਮੈਂਡਮੈਂਟ मतलब ਕੀ ਹੁੰਦਾ ਬੱਚਿਓ, ਚੇਂजेस ਕਰਨੀਆਂ, ਸੋਧ ਕਰਨਾ, ਸੰਸ਼ੋਧਨ ਕਰਨਾ, ਕਿਸੇ ਚੀਜ਼ 'ਚ ਕੋਈ ਬਦਲਾਅ ਲਿਆਉਣਾ, ਉਹਨੂੰ ਬੋਲਦੇ ਆਪਾਂ ਅਮੈਂਡਮੈਂਟ। ਤੇ ਅੱਜ ਤੋਂ ਬਾਅਦ ਇਹ ਪੱਕਾ ਜ਼ਿੰਦਗੀ ਦਾ ਅਸੂਲ ਬਣਾ ਲਓ ਵੀ ਕਦੇ ਵੀ ਅਮੈਂਡਮੈਂਟ ਨੰਬਰ ਕੱਲਾ ਨਹੀਂ ਪੜਨਾ, ਹਮੇਸ਼ਾ ਨਾਲ ਸਾਲ ਪੜਨਾ ਹੈ। ਕਿਉਂਕਿ ਪੇਪਰ ਦੇ ਵਿੱਚ ਆਪਾਂ ਨੂੰ ਇੱਕ ਸਵਾਲ ਤਾਂ ਪਤੰਦਰ ਇਹੀ ਪਾਉਂਦੇ ਆ ਵੀ ਫਲਾਨੀ ਅਮੈਂਡਮੈਂਟ ਹੈ ਕਿਹੜੇ ਸਾਲ ਹੋਈ ਹੈ। ਤੇ ਜੇ ਇਹ ਆਪਾਂ ਅੱਜ ਤੋਂ ਬਾਅਦ ਇਹ ਆਪਦੀ ਪੂਰੀ ਗੰਦੀ ਆਦਤ ਬਣਾ ਲਾਂਗੇ ਆਪਾਂ ਵੀ ਹਮੇਸ਼ਾ ਨਾਲ ਸਾਲ, ਇਹ ਤਾਂ ਕਿਤੇ ਜਾ ਕੇ ਆਪਣੇ ਦਿਮਾਗ 'ਚ ਬੈਠਣ ਲੱਗਣਗੀਆਂ, ਨਹੀਂ ਅਮੈਂਡਮੈਂਟਾਂ ਆਪਾਂ ਢੇਰ ਲਾ ਦਾਂਗੇ ਆਟੋਮੈਟਿਕ ਦਿਮਾਗ 'ਚ। ਪਹਿਲੀ ਕਦੋਂ ਹੋਈ ਹੈ 51 ਦੇ ਵਿੱਚ, 10ਵੀਂ ਕਦੋਂ ਹੋਈ ਹੈ 61 'ਚ, ਫਲਾਨੀ ਕਦੋਂ ਹੋਈ ਹੈ 62 'ਚ, ਫਲਾਨੀ 42ਵੀਂ 76 'ਚ, 44ਵੀਂ 78 'ਚ, 52ਵੀਂ 1985 'ਚ, 73ਵੀਂ 1992 'ਚ, 74ਵੀਂ 1992 'ਚ ਹੈ। ਇਹ ਬਾਰ-ਬਾਰ ਬੋਲਾਂਗੇ, ਇਕੱਠਾ ਪੜਾਂਗੇ ਤਾਂ ਆਪਣੇ ਦਿਮਾਗ 'ਚ ਬੈਠਣ ਲੱਗਣਗੇ। ਸਮਝੇ ਗੱਲ, ਯਾਦ ਰੱਖਣਾ। ਹਾਂ ਇੱਕ ਚੀਜ਼ ਹੋਰ ਵੀ ਹੈ ਇੱਥੇ, ਫਿਰ ਤੁਹਾਨੂੰ ਮੈਂ ਅੱਜ ਦੀ ਕਲਾਸ ਦੇ ਵਿੱਚ ਇੱਕ ਧਮਾਕੇਦਾਰ ਆਰਟੀਕਲ ਵੀ ਦਿਖਾਉਣਾ ਹੈ। ਆਰਟੀਕਲ ਆਪਣੇ ਲੈਂਗੁਏजेस ਦੇ ਰਿਲੇਟਡ ਹੀ ਹੈ, ਤਾਂ ਹੀ ਮੈਂ ਇੱਥੇ ਵਿੱਚ ਲਿਖਾ ਰਿਹਾ ਜਾਣ ਕੇ ਵੈਸੇ, ਠੀਕ ਹੈ। ਜੇ ਪੁੱਛਿਆ ਆਪਣੇ ਯੂਨੀਅਨ ਦਾ ਮਤਲਬ ਕੀ ਹੁੰਦਾ ਬੱਚਿਓ, ਕੇਂਦਰ। ਯੂਨੀਅਨ ਦਾ ਮਤਲਬ ਹੁੰਦਾ ਸੈਂਟਰ। ਜੇ ਪੁੱਛਿਆ ਆਪਣੇ ਯੂਨੀਅਨ ਦੀ ਆਫੀਸ਼ੀਅਲ ਲੈਂਗੁਏਜ ਕਿਹੜੀ ਹੈ ਤਾਂ ਆਪਾਂ ਟਿਕ ਲਾਵਾਂਗੇ ਹਿੰਦੀ। ਕਿਹੜੀ ਹੈ? ਹਿੰਦੀ। ਇਹ ਮੈਂ ਕਿਉਂ ਕਹਿ ਰਿਹਾ ਕਿਉਂਕਿ ਅਖਬਾਰਾਂ 'ਚ ਬਾਬਾ ਚਰਚਾ ਹੁੰਦੀ ਰਹੀ ਹੈ। ਵੈਸੇ ਮੈਂ ਬਾਰ-ਬਾਰ ਕਹਿਣਾ, ਮੈਂ ਕਹਿ ਕੇ ਥੱਕਿਆ ਪਿਆ ਵੀ ਸਭ ਕੁਝ ਆਪਾਂ ਹਲੇ ਪੜ੍ਹਨਾ। ਅੱਜ ਵਾਸਤੇ ਸਿੰਪਲ ਲਿਖ ਕੇ ਰੱਖ ਲਓ ਵੀ ਆਰਟੀਕਲ 343 ਦੇ ਵਿੱਚ ਕੀ ਹੈ, ਆਫੀਸ਼ੀਅਲ ਲੈਂਗੁਏਜ ਆਫ ਯੂਨੀਅਨ, ਵੀ ਕੇਂਦਰ ਦੀ ਆਫੀਸ਼ੀਅਲ ਲੈਂਗੁਏਜ ਕਿਹੜੀ ਹੈ ਤਾਂ ਆਪਾਂ ਯਾਦ ਰੱਖਣਾ ਉਹ ਕਿਹੜੀ ਹੈ, ਹਿੰਦੀ। ਜਿਵੇਂ ਵੈਸੇ ਆਪਣੇ ਹਿੰਦੁਸਤਾਨ 'ਚ ਕੀ ਹੈ, ਹਰ ਸਟੇਟਾਂ ਆਪੋ ਆਪਣੀ ਵੀ ਆਫੀਸ਼ੀਅਲ ਲੈਂਗੁਏਜ ਰੱਖ ਸਕਦੀਆਂ। ਜਿਵੇਂ ਆਪਣੀ ਕਿਹੜੀ ਹੈ, ਪੰਜਾਬੀ, ਤਾਂ ਹੀ ਮੈਂ ਪੰਜਾਬੀ 'ਚ ਪੜ੍ਹਾਉਣਾ, ਤਾਂ ਹੀ ਪੰਜਾਬੀ 'ਚ ਬੋਲਦਾ, ਕਿਉਂਕਿ ਆਪਾਂ ਆਪਦੀ ਆਫੀਸ਼ੀਅਲ ਲੈਂਗੁਏਜ ਹੀ ਚੰਗੀ ਤਰ੍ਹਾਂ ਬੋਲ ਸਕਦੇ ਹਾਂ, ਚੰਗੀ ਤਰ੍ਹਾਂ ਸਮਝ ਸਕਦੇ ਹਾਂ, ਚੰਗੀ ਤਰ੍ਹਾਂ ਪੜ੍ਹ ਸਕਦੇ ਹਾਂ। ਤੇ ਉਸੇ ਤਰੀਕੇ ਨਾਲ ਹਿੰਦੁਸਤਾਨ 'ਚ 22 ਹੈ, ਇਹ ਸਾਰੀਆਂ ਹੀ ਦੇਖਾਂਗੇ ਆਪਾਂ, ਠੀਕ ਹੈ। ਅਸਾਮੀਜ਼, ਬੋਡੋ, ਫਲਾਨਾ ਧੌਂਕਾ ਜੀ, ਢੇਰ 22 ਹੈ, ਆਬਵੀਅਸਲੀ 22 ਹੈ, ਪਹਿਲਾਂ 14 ਸੀ, ਠੀਕ ਹੈ। ਆਖਰੀ 4 ਇੱਕ ਨਾ ਆਪਣੇ ਹਿੰਦੁਸਤਾਨ 'ਚ ਉਹ ਵੀ ਹੁੰਦੀਆਂ, बड़ा कीमती पॉइंट बनता है क्लासिकल लैंग्वेजेस। जे पुछया भी हिंदुस्तान दे विच किन्नियां क्लासिकल लैंग्वेजेस है, जे पुछया हिंदुस्तान दे विच किन्नियां क्लासिकल, पहली गल तां दिमाग च आउंदा है भी क्लासिकल लैंग्वेज आपां कहने किहनूं है, किसी भी लैंग्वेज नूं क्लासिकल लैंग्वेज देण दा दर्जा क्यों दिंने आपां, कारण याद रखना है। क्लासिकल आपां उहनूं बोलदे हां जिहड़ी भाषा 1500 साल पुरानी है, जिहड़ी भाषा 1500 साल पुरानी हुंदी है उहनूं बच्चे बोलदे आ क्लासिकल लैंग्वेज। ते याद रखियो भी ये हिंदुस्तान च पुछया क्लासिकल किन्नियां ने, आपां टिक लावांगे 6, पर वो 6 दे विच ऐ नहीं पुछदे, वो आपां नूं 4 ऑप्शन दे के पुछणगे भी ए चों किहड़ी क्लासिकल हैगी है, किहड़ी क्लासिकल है नहीं। ਇਹਦੇ ਵਿੱਚੋਂ ਪਹਿਲੀ ਕਲਾਸੀਕਲ ਕਿਹੜੀ ਹੈ, ਇਹਦੇ ਵਿੱਚੋਂ ਆਖਰੀ ਕਲਾਸੀਕਲ ਕਿਹੜੀ ਹੈ। ਪਹਿਲੀ ਪਿੱਛੇ ਤਾਂ ਬੱਚਾ ਪਾਰਟੀ ਇੰਨਾ ਮਾਰ ਖਾਂਦੀ ਹੈ, ਆਪਸ਼ਨ ਦੇਖਣ ਸਾਰ ਭੜਕਾ ਆਉਂਦੀ ਹੈ ਸੰਸਕ੍ਰਿਤ, ਤੇ ਨਾਲ ਦੀ ਨਾਲ ਪੇਪਰ 'ਚ ਟੈਂਪੂ ਹੋ ਜਾਂਦਾ ਟੇਢਾ। ਯਾਦ ਰੱਖਿਓ ਜੇ ਪੁੱਛਿਆ ਪਹਿਲੀ ਕਿਹੜੀ ਹੈ, ਤਾਮਿਲ, ਕਿਉਂਕਿ ਮੈਂ ਲਿਖਣਾ ਲੈਨੋਵਾਰ, ਫਿਰ ਸੰਸਕ੍ਰਿਤ, ਫਿਰ तेलुगु, फिर कन्नड़, कनाडा, फिर मलयालम, फिर उड़िया। वैसे तुसीं इन्ना उलझो ना भी सारा लैणों वाला पराठ नहीं है, ऊं याद कर लो 6 किहड़ियां ने। याद करना पहली किहड़ी है, तामिल, आखिरी किहड़ी है, उड़िया। सीक्वेंस तुसीं याद बस कल्ला आ रख लो, विचों तुसीं किवें मर्जी कड़ाह नौ चक्कर वाली गल, ठीक है। तामिल है, संस्कृत है, तेलुगु है, कन्नड़ है, मलयालम है, उड़िया है। तामिल है, संस्कृत है, तेलुगु है, कन्नड़ है, मलयालम है, उड़िया। याद रखियो पहली कड़ी है तामिल है, छवी कड़ी है उड़िया है। पहली कड़ी है तामिल है, छवी कड़ी है उड़िया है, संस्कृत है, तेलुगु है, कन्नड़ है, मलयालम है, उड़िया। ये 6 क्लासिकल लैंग्वेजेस है, आपां याद रखनी है। हुण बड़ा वापस आ गया आपां, मैं तुहानूं कहा सी भी जदों अपना संविधान लागू होए, संविधान दे विच 8 सूचियां ने,
ਤੇ ਅੱਜ ਕਿੰਨੀਆਂ ਨੇ 12 ਅੱਜ ਕਿੰਨੀਆਂ ਨੇ 12 ਇਹਦਾ ਮਤਲਬ 4 ਕੀ ਹੈ ਬਾਅਦ ਵਿੱਚ ਐਡ ਹੋਈਆਂ ਬਾਅਦ ਚ ਕਿਵੇਂ ਐਡ ਹੋਈਆਂ ਇਹਦਾ ਮਤਲਬ ਆਪਾਂ ਕੀ ਕਰੀਏ ਆਪਾਂ ਕਰੀਏ ਅਮੈਂਡਮੈਂਟ ਅਮੈਂਡਮੈਂਟ ਮਤਲਬ ਚੇਂजेस ਕਰਨੀਆਂ ਸੰਸ਼ੋਧਨ ਕਰਨਾ ਸੋਧ ਕਰਨਾ ਤੇ ਇਹੀ ਚਾਰ ਆਪਣੀਆਂ ਰਹਿ ਗਈਆਂ ਹੁਣ ਆਪਣਾ ਕੰਮ ਫਿਰ ਬੱਚਿਆਂ ਦਾ ਹੋਰ ਵੱਧ ਗਿਆ ਹੁਣ ਆਪਾਂ ਇਹ ਤਾਂ ਦੇਖਣਾ ਹੀ ਹੈ ਵੀ ਉਹਦੇ ਵਿੱਚ ਕੀ ਹੈ ਹੁਣ ਆਪਾਂ ਇਹ ਵੀ ਦੇਖਣਾ ਹੈ ਵੀ ਉਹ ਸੂਚੀ ਕਿਹੜੀ ਅਮੈਂਡਮੈਂਟ ਤਹਿਤ ਐਡ ਕੀਤੀ ਗਈ ਹੈ ਠੀਕ ਹੈ ਤੇ ਇਹੀ ਚਾਰ ਅਮੈਂਡਮੈਂਟਾਂ ਆਪਾਂ ਨੈਕਸਟ ਕਲਾਸ ਸਟਾਰਟ ਕਰ ਲਾਂਗੇ ਤੇ ਨਾਲ ਹੀ ਫਿਰ ਆਪਾਂ ਇਹ ਵੀ ਦੇਖ ਲਾਂਗੇ ਕਿ ਵੀ ਆਪਣਾ ਜਿਹੜਾ ਸੰਵਿਧਾਨ ਹੈ ਜਦੋਂ ਆਪਾਂ ਸੰਵਿਧਾਨ ਦਾ ਰਜਿਸਟਰ ਖੋਲਾਂਗੇ ਗੱਤਾ ਪਟਾਂਗੇ ਗੱਤੇ ਤੋਂ ਆਪਣਾ ਸੰਵਿਧਾਨ ਸਟਾਰਟ ਹੁੰਦਾ ਸੋ ਨੈਕਸਟ ਕਲਾਸ ਦੇ ਵਿੱਚ ਆਪਾਂ ਆ ਚਾਰ ਸੂਚੀਆਂ ਨਿਬੇੜਨ ਤੋਂ ਬਾਅਦ ਨਾਲ ਦੀ ਨਾਲ ਆਪਾਂ ਸ਼ੁਰੂ ਕਰ ਲਾਂਗੇ ਇੰਡੀਅਨ ਕਨਸਟੀਟਿਊਸ਼ਨ ਤੇ ਉਹ ਸਟਾਰਟ ਹੋਊਗਾ ਗੱਤੇ ਤੋਂ ਤੇ ਉਹ ਕਲਾਸ ਪੇਪਰ ਹਿਸਾਬ ਨਾਲ ਬੜੀ ਇੰਪੋਰਟੈਂਟ ਹੈ ਇਸ ਤਰ੍ਹਾਂ ਕਹਿਣ ਦੀ ਆਪਾਂ ਲੋੜ ਨਹੀਂ ਹਰ ਕਲਾਸ ਹੀ ਇੰਪੋਰਟੈਂਟ ਹੈ ਹਰ ਕਲਾਸ ਦੇ ਵਿੱਚ ਕੱਲਾ ਪੁਆਇੰਟ ਰੈਲੀਵੈਂਟ ਹੈ ਇਹ ਕਿਉਂ ਦੱਸ ਰਹੇ ਹਾਂ ਕਿਉਂਕਿ ਆਮ ਤੌਰ ਤੇ ਆਪਣੀ ਮਤਲਬ ਬੱਚਿਆਂ ਦੀ ਕੀ ਆਦਤ ਹੁੰਦੀ ਹੈ ਆਪਾਂ ਪੁਆਇੰਟ ਛਾਂਟਦੇ ਬਹੁਤ ਜ਼ਿਆਦਾ ਹੈ ਵੀ ਲਿਖੀ ਤਾਂ ਬਹੁਤ ਕੁਝ ਬੈਠੇ ਪਰ ਛਾਂਟਣ ਵਜ੍ਹਾ ਨੇ ਪੇਪਰਾਂ ਵੇਲੇ ਵੀ ਆਹ ਛਾਂਟ ਲਿਆ ਪੜ੍ਹ ਲਿਆ ਛੱਡਤਾ ਪੜ੍ਹ ਲਿਆ ਛੱਡਤਾ ਆਪਣੀ ਇਸ ਕਲਾਸ ਦਾ ਮਤਲਬ ਕੋਈ ਮਕਸਦ ਨਹੀਂ ਹੈਗਾ ਵੀ ਤੁਸੀਂ ਛਾਂਟੋਗੇ ਜਿਹੜੀ ਚੀਜ਼ ਆਪਾਂ ਕਾਪੀ ਤੇ ਲਿਖ ਲਈ ਸਮਝ ਲਓ ਬਸ ਕੀਮਤੀ ਹੈ ਸਮਝ ਲਓ ਬਸ ਇੰਪੋਰਟੈਂਟ ਹੈ ਠੀਕ ਹੈ ਚਲੋ ਫਿਰ ਇਹੀ ਚੀਜ਼ ਹੈ ਆਪਾਂ ਫਿਰ ਨੈਕਸਟ ਕਲਾਸ ਆਪਾਂ ਕੰਟੀਨਿਊ ਕਰਾਂਗੇ ਠੀਕ ਹੈ ਫਿਰ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ